ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰੰਪਰਾ ਵਰਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਵੜਿਆਗੀ, ਪਾਵਹਿ ਗਤ ਬਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਜੇ ਮੁਖ ਹੋਏ ਰਾਮ ਤੇ, ਲੱਗਣ ਜਨਮ ਜੋਗ। ਇਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੁ ਨਾ ਹੋਵੇ, ਲਿਖਿਆ ਤੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਤਰਹਿ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਮੇਰੇ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੇ ਸਾਧ ਸੰਗ, ਦਿਨ ਸਹਿ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੇ ਸਾਧ ਸੰਗ, ਦਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਨ ਨਿਦਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਕੱਲ੍ਹ ਅਮਾਵਸ ਦੇ ਪੁਰਬ 'ਤੇ ਡੱਲਾ ਸਾਹਿਬ ਔਰ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ। ਅੱਜ ਸੰਗਰਾਂਦ ਦਾ ਦਿਨ ਹੈ। ਪਿਛਲਾ ਮਹੀਨਾ ਜੋ ਅੱਸੂ ਦਾ ਉਹ ਸੰਪੂਰਨ ਹੋਇਆ ਹੈ। ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਹੈ। ਬਹੁਤ ਸਾਰੇ ਕਵੀਆਂ ਨੇ 35 ਸਖਰੀ, ਸੀ ਹਰਫੀ ਔਰ 12 ਮਾਹਾਂ ਦੇ ਉੱਤੇ ਆਪਣੀ ਕਾਵਿ ਰਚਨਾ ਕੀਤੀ ਹੈ। ਗੁਰੂ ਸਾਹਿਬ ਨੇ ਵੀ 12 ਮਹੀਨਿਆਂ ਦੇ ਉੱਤੇ ਵਿਚਾਰ ਬਖਸ਼ਿਸ਼ ਕੀਤੀ ਹੈ। 7 12 ਤੇ ਔਰ 52 ਅੱਖਰੀ 35 ਸਖਰੀ ਵੀ ਹੈ ਔਰ 15 ਥਿੱਤਾਂ ਦੇ ਉੱਪਰ ਵੀ ਵਿਚਾਰ ਲਿਖੇ ਹਨ। ਸੋ 52 ਅੱਖਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਵੀ ਬਖਸ਼ਿਸ਼ ਕੀਤੀ ਹੈ ਔਰ ਕਬੀਰ ਸਾਹਿਬ ਜੀ ਨੇ ਵੀ ਭਗਤ ਬਾਣੀ ਵਿੱਚ ਵਰਣਨ ਕੀਤਾ ਹੈ। 52 ਅੱਖਰ ਜੋਰੇ ਆਨ, ਸਕਿਆ ਨ ਅੱਖਰ ਏਕ ਪਛਾਣ। ਜੋ ਗੁਰੂ ਸਾਹਿਬ ਵੱਲੋਂ ਉਹਦੇ ਗੁਰਦੇਵ ਮਾਤਾ, ਗੁਰਦੇਵ ਪਿਤਾ ਇਹ ਆਦਿ ਵਿੱਚ ਵੀ ਬਾਣੀ ਦੀ ਸੰਪੂਰਨਤਾ 'ਤੇ ਵੀ ਲਿਖਿਆ ਅਤੇ ਨਾਲ ਇਹ ਵੀ ਸ਼ਬਦ ਲਿਖਿਆ, ਇਹ ਸਲੋਕ ਆਦਿ ਅੰਤ ਪੜ੍ਹਨਾ। 52 ਅੱਖਰੀ ਦੇ ਆਦਿ ਵਿੱਚ ਵੀ ਹੈ, ਸੰਪੂਰਨਤਾ 'ਤੇ ਵੀ ਹੈ। ਵੀ ਸ਼ੰਕੇ ਦਾ ਭਾਸ ਨਾ ਹੋਵੇ ਇਹ 2 ਵਾਰੀ ਕਿਉਂ ਲਿਖਿਆ। ਉਹਦਾ ਭਾਵ ਇਹ ਹੈ ਕਿ ਆਦਿ 'ਚ ਵੀ ਪੜ੍ਹਨਾ, ਸੰਪੂਰਨਤਾ 'ਤੇ ਵੀ ਪੜ੍ਹਨਾ ਹੈ। ਫਿਰ ਨਾਲ ਸੰਕੇਤ ਦੇ ਗਏ ਹਨ। ਕੋਈ ਸ਼ੰਕਾ ਨਾ ਕਰੇ ਵੀ ਕੋਈ ਸ਼ਲੋਕ 2 ਵਾਰੀ ਲਿਖ ਦਿੱਤਾ। ਹੋਰ ਵੀ ਹੈ ਪਵਨ ਗੁਰੂ, ਥੋੜ੍ਹਾ ਥੋੜ੍ਹਾ ਅਕਸ਼ਰਾਂ ਦਾ ਭੇਦ ਰੱਖਿਆ। ਸੋਦਰ ਦੀਆਂ ਪੌੜੀਆਂ ਇਹਨਾਂ ਦਾ ਵੀ ਥੋੜ੍ਹਾ ਜਿਹਾ ਅੰਤਰ ਰੱਖਿਆ, ਅਰਥ ਭਾਵ ਉਹੀ ਹੈ। ਔਰ ਇਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਦੇ ਅੰਦਰ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਤੇ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਭੇ ਆ ਭੀ ਦੀ ਜਗ੍ਹਾ। ਹੋਰ ਵੀ ਇਸ ਤਰ੍ਹਾਂ ਸ਼ਬਦ ਹੈ ਅਤੇ ਉਹਨਾਂ 'ਚ ਥੋੜ੍ਹਾ ਜਿਹਾ ਅੰਤਰ ਰੱਖਿਆ ਕਿ ਰਾਗ ਜਾਂ ਬਾਣੀ ਦੇ ਭੇਦ ਨਾਲ ਪਤਾ ਲੱਗ ਸਕੇ ਕਿ ਫਲਾਣੇ ਰਾਗ ਵਿੱਚ ਉਚਾਰਿਆ, ਇਹ ਦੂਸਰੀ ਜਗ੍ਹਾ ਹੈ। ਇਸ ਕਰਕੇ ਥੋੜ੍ਹਾ ਥੋੜ੍ਹਾ ਅੰਤਰ ਮਹਾਰਾਜ ਨੇ ਉਹ ਪਛਾਣ ਵਾਸਤੇ ਰੱਖਿਆ ਹੈ। ਫਿਰ ਸ੍ਰੀ ਜਪਜੀ ਸਾਹਿਬ 'ਚ ਹੈ, ਆਸਾ ਰਾਗ ਵਿੱਚ ਹੈ, ਸ੍ਰੀ ਰਹਿ ਰਾਸ ਸਾਹਿਬ ਦੇ ਵਿੱਚ ਸੋਦਰ ਦੀ ਪੌੜੀ ਹੈ। ਉਹ ਫਿਰ ਨਾ ਲਗਾ ਮਾਤਰਾਂ ਦੇ ਭੇਦ ਨਾਲ ਪਤਾ ਲੱਗ ਜਾਂਦਾ ਵੀ ਇਹ ਸ੍ਰੀ ਜਪਜੀ ਸਾਹਿਬ ਦੀ ਪੌੜੀ ਹੈ, ਇਹ ਆਸਾ ਰਾਗ ਵਿੱਚ ਹੈ, ਇਹ ਸ਼੍ਰੀ ਰਹਿ ਰਾਸ ਸਾਹਿਬ ਜੀ ਦੇ ਵਿੱਚ ਹੈ। ਇਸੇ ਤਰ੍ਹਾਂ ਦੂਸਰੇ ਸ਼ਬਦਾਂ ਬਾਰੇ ਵੀ ਜਾਣ ਲੈਣਾ। ਸੋ ਇਸ ਤਰ੍ਹਾਂ ਜੋ 12 ਮਹਾਂ ਇਹ ਵੀ 2 ਜਗ੍ਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅੰਕਿਤ ਹੈ। ਤੋਖਾਰੀ ਰਾਗ ਵਿੱਚ ਵੀ ਹੈ। ਇਹ ਪਰਮ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ
ਆਪਣੇ ਮੁਖਾਰਬਿੰਦ ਤੋਂ ਬਾਹਰ ਦੇ ਇਲਾਕੇ ਵਿੱਚ ਹੀ ਉਚਾਰਨ ਕੀਤੀ ਹੈ। ਦੂਸਰਾ ਜੋ ਮਾਝ ਰਾਗ ਵਿੱਚ ਹੈ, ਇਸ ਬਾਣੀ ਦਾ ਉਚਾਰਨ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ ਨਾ, ਉਹਦੇ ਸਾਹਮਣੇ ਇੱਕ ਪਾਲਕੀ ਸਾਹਿਬ ਬਣੀ ਹੋਈ ਹੈ। ਇਹ ਉਸ ਜਗ੍ਹਾ ਉਚਾਰਨ ਹੋਈ ਹੈ ਕਿ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਜਦੋਂ ਅਸੀਂ ਮਹੀਨੇ ਦਾ ਨਾਮ ਸੁਣਨ ਵਾਸਤੇ ਤੇ ਬ੍ਰਾਹਮਣ ਲੋਕਾਂ ਕੋ, ਪੰਡਤ ਲੋਕਾਂ ਕੋ ਜਾਂਦੇ ਹਾਂ, ਉਹ ਤਰਕਾਂ ਕਰਦੇ ਹਨ ਕਿ ਹੁਣ ਤੁਸੀਂ ਗੁਰੂ ਸਾਹਿਬ ਤੋਂ ਹੀ ਸੁਣੋ ਜਾ ਕੇ, ਅਤੇ ਆਪ ਕਿਰਪਾ ਕਰ ਦਿਓ। ਫਿਰ ਮਹਾਰਾਜ ਨੇ ਆਪ ਆਪਣੇ ਮੁਬਾਰਕ ਰਸਨਾਂ ਤੋਂ ਬਖਸ਼ਿਸ਼ ਕੀਤੀ। ਦੇਖ ਲਓ ਇਨਸਾਨ ਦੇ ਅੰਦਰ ਕਿਤਨੀ ਦਵੈਸ਼ ਹੈ। ਅਤੇ ਗੱਲ ਤਾਂ ਕੋਈ ਖਾਸ ਹੈ ਨਹੀਂ, ਮਹੀਨੇ ਦਾ ਨਾਂ ਹੀ ਸੁਣਨਾ। ਇਹ ਹੁੰਦਾ ਸੀ ਵੀ ਚਲੋ ਸਿਆਣੇ ਕਿਸੇ ਵਿਦਵਾਨ ਦੇ ਮੁਖ ਤੋਂ ਸੁਣ ਲਈਏ, ਪਰ ਉਹਨਾਂ ਨੂੰ ਇਹ ਵੀ ਹੁਣ ਇਹ ਵੀ ਸਾਨੂੰ ਛੱਡ ਕੇ ਉੱਧਰ ਜਾਣ ਲੱਗ ਪਿਆ, ਵੀ ਮਹੀਨੇ ਦਾ ਨਾਮ ਵੀ ਉੱਧਰ ਹੀ ਸੁਣਨ। ਅਤੇ ਲਾਵਾਂ ਵਾਸਤੇ ਵੀ ਇਸ ਤਰ੍ਹਾਂ ਹੋਇਆ ਸੀ। ਅਤੇ ਫਿਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇਹ ਬਾਣੀ ਦੀ ਬਖਸ਼ਿਸ਼ ਵੀ ਕੀਤੀ ਸੀ, ਕਿਉਂਕਿ ਇਨਸਾਨ ਨੇ ਜਿਹੋ ਜਿਹਾ ਸੁਭਾਅ ਹੈ ਨਾ, ਉਸ ਨੂੰ ਉਹ ਆਪਣੀ ਈਰਖਾ ਦੇ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਇਹੋ ਜਿਹੀ ਅੰਦਰ ਭਾਵਨਾ ਹੁੰਦੀ ਹੈ। ਪਰ ਜਿਹੜੇ ਮਹਾਂਪੁਰਖ ਆ, ਉਹ ਤਾਂ ਏਕਤਾ ਵਾਲੇ ਹੁੰਦੇ ਆ, ਉਹਨਾਂ ਦੇ ਅੰਦਰ ਇਹੋ ਜਿਹੀ ਦਵੈਸ਼ ਭਾਵਨਾ, ਦਵੈਸ਼ ਬੁੱਧੀ ਨਹੀਂ ਹੁੰਦੀ। ਸੋ ਇਹਨਾਂ ਨੇ ਇਸ ਤਰ੍ਹਾਂ ਦਾ ਇਹ ਭਾਵ ਪ੍ਰਗਟ ਕਰਨਾ ਸੀ, ਅਤੇ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਬਖਸ਼ਿਸ਼ ਕਰਕੇ ਦੇਣੀ ਸੀ। ਸੋ ਇਸ ਵਾਸਤੇ ਕੋਈ ਨਾ ਕੋਈ ਬਹਾਨਾ ਜਿਹੜਾ ਨਾ ਉਹ ਬਣ ਜਾਂਦਾ। ਸੋ ਮਹਾਰਾਜ ਬੇਨਤੀ ਕੀਤੀ, ਮਹਾਰਾਜ ਵੀ ਇਹ ਮਹੀਨੇ ਦਾ ਵਿਚਾਰ ਸਰਵਣ ਕਰਨ ਦਾ ਜੋ ਆਪਣੇ ਦੇਸ਼ ਵਿੱਚ ਇਸ ਤਰ੍ਹਾਂ ਪਰੰਪਰਾਗਤ ਅਤੇ ਰਿਵਾਜ਼ ਤੁਰਿਆ ਆਉਂਦਾ ਹੈ ਕਿ ਅਰਦਾਸ ਕੀਤੀ ਜਾਏ, ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ, ਸੰਗਤ 'ਚ ਬੇਨਤੀ ਕੀਤੀ ਜਾਏ ਮਹਾਰਾਜ ਗੁਰੂ ਅਕਾਲ ਪੁਰਖ ਦੇ ਅੱਗੇ ਕਿ ਆਪ ਕਿਰਪਾ ਕਰੋ। ਪਾਤਸ਼ਾਹ ਕਹਿਣ ਲੱਗੇ ਵੀ ਤੁਖਾਰੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਗਏ ਹਨ। ਤੁਸੀਂ ਉੱਥੋਂ ਮਹੀਨੇ ਦੀ ਵਿਚਾਰ ਸਰਵਣ ਕਰ ਲਿਆ ਕਰੋ। ਕਹਿਣ ਲੱਗੇ ਮਹਾਰਾਜ ਆਪ ਜੀ ਦਾ ਬਚਨ ਬਿਲਕੁਲ ਸੱਚ ਹੈ। ਫਿਰ ਉਹ ਬਾਣੀ ਮਹਿੰਗੀ ਹੈ ਅਤੇ ਆਮ ਸਮਝ ਨਹੀਂ ਆਉਂਦੀ ਹਰ ਜਗ੍ਹਾ, ਗਿਆਨੀ ਅਰਥ ਸਮਝਾਉਣ ਵਾਲੇ ਵੀ ਨਹੀਂ ਮਿਲਦੇ। ਮਿਲ ਜਾਣ ਤਾਂ ਬਹੁਤ ਚੰਗੀ ਗੱਲ ਹੈ ਕਿ ਐਸੀ ਸਰਲ ਬਾਣੀ ਜਿਹੜਾ ਸ਼ਰਵਣ ਮਾਤਰ ਦੇ ਨਾਲ ਹਰ ਮਾਈ ਭਾਈ ਨੂੰ ਸਮਝ ਆ ਜਾਏ। ਫਿਰ ਮਹਾਰਾਜ ਨੇ ਗੁਰਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇਹ ਮਾਝ ਰਾਗ ਦੇ ਅੰਦਰ 12 ਮਾਹ ਦੀ ਬਾਣੀ ਉਚਾਰਨ ਕੀਤੀ, ਬਖਸ਼ਿਸ਼ ਕੀਤੀ ਹੈ। ਇਸ ਬਾਣੀ ਦੀਆਂ 14 ਪੌੜੀਆਂ ਹਨ। ਨਾਂ ਸਰਲੇਖ ਤਾਂ ਇਹ ਨਾ 12 ਮਾਹ, ਇਹ 12 ਮਹੀਨਿਆਂ ਦੀ ਵਿਚਾਰ। 12 ਮਹੀਨੇ 12 ਮਾਹ ਮੈਨੇ ਮਹੀਨਾ, 12 ਮਹੀਨਿਆਂ ਦੀ ਵਿਚਾਰ। ਅਤੇ ਪੌੜੀਆਂ 14, ਕਿਉਂ ਮਹੀਨੇ ਤਾਂ 12 ਹੀ ਆ ਨਾ, 12 ਹੀ ਲਿਖਣੇ ਸੀ। ਪਹਿਲੀ ਪੌੜੀ ਜਿਹੜੀ ਹੈ ਉਹ ਮੰਗਲ ਸਰੂਪ ਹੈ, ਅਤੇ 12 ਪੌੜੀਆਂ ਵਿੱਚ 12 ਮਹੀਨਿਆਂ ਦੀ ਵਿਚਾਰ ਹੈ। ਜਿਹੜੀ 14ਵੀਂ ਪੌੜੀ ਹੈ ਉਹ ਉਹਦੇ ਵਿੱਚ ਇਸ ਬਾਣੀ ਦਾ ਫਲਾਦੇਸ਼ ਲਿਖਿਆ
कि इस बाणी पढ़न का की महात्म है, की फल है। इस वास्ते 14 पौड़ियाँ हैं। हुण कल जिहड़ा दिन बीतिया उस दिन का नाम है मसांत। मस जमा अंत, मस ना महीने का, महीने का अंत हो गया, भाव महीना पूरा हो गया, उसका नाम मसांत कह देंगे। अज जिहड़ा दिन आरंभ होया इहदा नाम हो गया सक्रांति जां सीधा संग्रांद कह देंगे। संगमन भली प्रकार सूरज का एक राशि चों दूसरी राशि विच क्रांतिशील होना, गमन करना, क्योंकि सूरज दियाँ 12 राशां हैं। उसका जिहड़ा सर्कल चक्कर है वो एक महीने दे विच पूरा हुंदा है। जिस दिन उसदा चक्कर पूरा होंदा उस दिन नूं मसांत कहंदे। जिदण वो नवीं राशि जां कला विच प्रवेश करता है उसका नाम है संक्रांत है। इहदा प्रकृति का जो नियम है सूरज नाल महीने पिछों, इस तरह पुन्निया जां पूर्णमा जां पूर्णमाशी है वो चंद्रमा दीयां कला 15 दिन घटदियां ते 15 दिन वधदियां। 16 कला चंद्रमा दीयां मनिया। जिस दिन उहदियां कला पूरियां होनियां उस दिन पूर्णमाशी पे महीने पिछों चंद की कला पूरी हो गई। और जड़ा कल दिन सी अमावस, अमीनाम चंद्रमा का, चंद्रमा का सूरज दे बस हो जाना। अमावस सीधा बना लिया मसिया, क्यों आपां नूं अर्थ की लोड़ नहीं ना, मन मर्जी ना शब्द वरतते हैं। असली अखर है अमावस। अमीनम चंद्रमा, क्योंकि जले ग्रह सर्कल करते हैं जिस दिन वो सूरज दे बस हो जाता उदण उसदा अपना प्रकाश हुंदा नहीं, हनेरा हो जाता। क्योंकि वो रात का दीवा, सूरज दिन का दीवा, वो फिर रात जिहड़ी है हनेरी हो जाती, उन्होंने अमावस कह देंगे। इस तरह इन्हां दा जिहड़ा सर्कल प्रकृति ने जो नियम बनाए हुए हैं, बंदे ने तो बनाए नहीं, ये परमेश्वर ने बनाया। इस तरह चल रहा। क्यों जे इस तरह का ना होवे फिर सारा काम ही अगड़ा दोगड़ा जा हो जाए। फिर दिन भी रखे, जे दिन ना होण हुण आपां नूं की पता लगूगा किहड़े दिन छुट्टी है, किहड़े दिन ड्यूटी ते जाना। जे घड़ी का टाइम ना होवे तो हुण ड्यूटी ते किवें आवांगे। तेरी किन्ने बजे ड्यूटी है, तेरी किन्ने बजे, वो समय की भी वंड कीती है ना। इस तरह हर चीज़ जिहड़ी है इहदे भी कोई हिंदू मत वाले जां मुसलमान जां दूजे मत मतंत्र की कोई गल नहीं। ये तो प्रकृति के नियमां नाल सारी चीज़ जिहड़ी है वो चल रही है। हुण इस तरह 6 रुत्तां वो मनुष्य दियां बनाइयां थोड़ियां आउंदियां। फिर रुत नूं कोई हिंदू लियाउंदा जां मुसलमान जां कोई गोरा जां कोई यहूदी लिया रहा, वो कुदरत के नियम के आधार से है। 6 रुत्तां 12 महीने, 2-2 महीने की एक रुत हैगी है। वो इस तरह उन्होंने नाम वखरे आ, उन्होंने क्रिया भी वखरी है। हुण जिहड़े पतझड़ हुंदी है तो मनुष्य थोड़ी पत्ते झाड़दा, आपे झड़ जाते। जिहड़े बहार रुत हुंदी है वो सारे प्रफुल्लित हो जाते। बसंत रुत देख लो, सारे पीले फुल हो जाणगे। भाव सुत बरसात आउंदी है, बरछा वाला हो जाता। सरद रुत आउंदी है, ठंडी हो जाती। गरीखम रुत आउंदी है, गर्मी हो जाती है। इस तरह ये
जुदा जुदा प्रकार जिहड़ा है ये प्रकृति के निज़मां दे नाल बनिया ते सियाणे पुरुषां ने इहदी इस तरह वंड वगैरह की हुई है। ग्रंथां 'चों सारे अलेख मिलते हैं। सो इस वास्ते जिहड़े साडे देश के लोग सी धार्मिक सगे उन्होंने फिर जिहड़े सियाणे वो तो रोज़ ही सत्संग करते सी। हुण कई बंदे रोज़ संगत च आउंदे ने। जिहड़े महापुरुष हुंदे वो बड़े दाने सियाणे हुंदे। उन्हां दा हुंदा कि सारियां दा ही किस तरह भला कीता जाए। वो फिर हुंदा लै भी तूं संगरांद वाले दिन जरूर गुरुद्वारे आए, कथा कीर्तन सुनी, कोई सेवा करी, कोई पुन्न दान करी, मत्स्य वाले दिन आ जाई, पुन्नेआ आ जाई, एकादशी नूं आ जाई। भी महीने 4 दिन वो संगत करनगे, पुन्नदान होऊगा, उन्होंने धर्म के संस्कार पैणगे, हौली हौली वो रोज़ के सत्संगी बन जाणगे, धार्मिक बन जाणगे। ये मतलब है। तो बाकी रोज़ किया जाए वह तो कोई मुल ही नहीं है। हुण कई बंदे नशा वरतते हैं, उन्होंने कहो कहते नहीं जी तो लग गया, छड्डिया नहीं जाना। वो सियाणे बंदे कहते इन्होंने ढंग ना छड्डाइए। लै भी तूं चल जे नहीं छड्ड सकदा संगरांद वाला दिन रख ला, उदण ना पी, मत्स्य वाला रख ला, पुन्नेआ दा रख ला, एकादशी रख ला, जां गुरु नानक साहब गुरपुरब है उदण ना पी। वो फिर ढंग दे नाल कि जे 4 दिन छड्डूगा तो उदण संगत करूगा, इहदा मन पक्का दृढ़ हो जाऊगा। हौली हौली वो जिहड़ी बुराई है ना वो छड्ड जाऊगा। इस वास्ते जिहड़े दाने पुरुष हुंदे आ उन्हां दे अंदर सरबत दे भले की भावना हुंदी है। वो फिर ढंग दे नाल छडाउंदे आ। जिवें वो महाराज दे कोल आए कि महाराज आ बच्चा गुड़ खाणों नहीं हटदा, इहदे मलप पै जांदे आ। बड़ा समझाउंदे बड़ा, कहंदे भी 8वें दिन आयो। 8वें कहंदे काका गुड़ नहीं खाईदा महापुरख। कहंदे महाराज क्यों? कहंदे दंदां नूं भी कीड़ा लग जांदा, ज़्यादा मिठा खराब करदा, ते ब्लड प्रैशर लई भी है, ज़्यादा मिठा डाउन करदा, शूगर लई भी है, ते पेट च कीड़े हुण मलप मलुप जड़े है खराबी करदा। ज़्यादा मिठा चमड़ी का भी जड़ा रोग है वो खराब करदा। हुण निआणा हुंदा ना, कहंदा महाराज तुसीं खा लैंदे आ? कहंदे खा लईदा असीं भी देखिया भी इहदे च गुण भी हैगे आ ते थोड़ा कोई औगण भी है। असीं हुण तां छड्डता, संजम ना वरतीदा। कहंदे महाराज फिर तुसीं छड्डता मैं भी छड्ड दिंदा। वो माई बाद च कहंदी महाराज तुसीं पहलां ना कहा। कहंदे पहलां मैं खुद खांदा सी, ते इहने कहणे तुसीं खा लैंदे आ? हाँ जी। तो कहंदे आप रोज़ खाई जाने ते मैनूं रोकी जाने। वो फिर महापुरखां दा दूए दी बुराई जां कोई भी चीज़ औगण छडाउण दा एक ढंग नुकता हुंदा। इस तरह ये नुकते रखे भी जे 4 दिन संगत करनगे, ये कथा कीर्तन सुनगे, नाम बण दा अभ्यास करनगे, झाड़ू देणगे, जोड़े चाणनगे, लंगर दे भांडे मांजणगे, कोई गोलक दी सेवा पुन्न दान करनगे, इन्हां दे पुन्न कर्म बनणगे, पाप घटणगे। हौली हौली फिर पापी तो पुन्नी बन जाणगे, धर्मी बन जाणगे कुकर्मी तो। इस वास्ते उन्होंने ये बड़े ढंग दे नाल हर एक बंदे नूं संगत नाल जोड़न दा इस तरह का नियम बनाया हुंदा। ते आम जिहड़े बंदे वो फिर खंडन मंडन पैदे। इहदा जी अपने सिखां नाल की मतलब है भी जे हुण सिखां 'च कोई गलत हो गया तो उसदा सुधार नहीं करना, उन्होंने भले पासे नहीं लाना, सब का भला करना। इस वास्ते ये विचार होंदी है। सुभाओ तो जो अज महीना आरंभ होया तो ये सारे कामना करते गुरु महाराज चरणों च साडा महीना सुख शांति का बतीत होवे। तो महाराज ने सुख शांति का महीना की उम्र सुख शांति की जन्म बतीत करने दे ढंग गुरबाणी विच दस्से है। तो महीने की विचार सुनो
ਸਤਿਗੁਰੂ ਜੀ ਆਪਣੇ ਮਖਾਰਵਿੰਦ ਤੋਂ ਸਾਨੂੰ ਸੁੱਖ ਸ਼ਾਂਤੀ ਦਾ ਜਿਹੜਾ ਰਸਤਾ ਉਹ ਵਰਣਨ ਕਰਕੇ ਦੱਸ ਰਹੇ ਹਨ। ਸੁਣੀਏ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਰਸਨਾ ਤੋਂ, ਜੋ 12 ਮਹੀਨਿਆਂ 'ਚੋਂ ਅੱਜ ਉਹ ਮਹੀਨਾ ਆਰੰਭ ਹੋ ਰਿਹਾ ਹੈ, ਉਸ ਦੀ ਵਿਚਾਰ ਬਖਸ਼ਿਸ਼ ਕਰਦੇ ਹਨ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕਤਿਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਹਨ। ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਵਿੱਚ ਜਿਹੋ ਜਿਹਾ ਕੋਈ ਕਰਮ ਕਮਾਉਂਦਾ ਕਰਦਾ ਹੈ, ਕਰਮ ਜਿਹੜਾ ਇਹਦੀ ਫਿਲਾਸਫੀ ਬਹੁਤ ਵੱਡੀ ਹੈ। ਇੱਕ ਕਰਮ ਵਿਪਾਕ ਸੰਗਤਾ ਗ੍ਰੰਥ ਹੈ, ਔਰ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਜੀ ਨੇ, ਮੇਰੇ ਮਿਲੇ ਸੰਤਾਂ ਨੇ ਉਹ ਗ੍ਰੰਥ ਦਾ ਸੰਸਕ੍ਰਿਤ 'ਚੋਂ ਅਨੁਵਾਦ ਵੀ ਕੀਤਾ। ਅਸੀਂ ਉਹ ਸੰਸਕ੍ਰਿਤ ਵਾਲਾ ਗ੍ਰੰਥ ਵੀ ਪੜ੍ਹਿਆ। ਉਹਦੇ 'ਚ ਕਰਮ ਫਿਲਾਸਫੀ ਬਾਰੇ ਦੱਸਿਆ, ਕਿਹੜਾ ਕਿਹੜਾ ਕਰਮ ਆ, ਉਹਦਾ ਕੀ ਫਲ ਮਿਲਦਾ, ਉਹਦੇ ਦੋਸ਼ ਦੀ ਨਿਵਰਤੀ ਕਿਵੇਂ ਹੁੰਦੀ ਹੈ, ਉਹਦੇ ਲਈ ਕਿਹੜਾ ਭਜਨ ਪਾਠ ਕਰਨਾ ਚਾਹੀਦਾ। ਇਸ ਤਰ੍ਹਾਂ ਇੱਕ ਤਾਂ ਨਿੱਤ ਕਰਮ ਆ, ਨਿੱਤ ਕਰਮ ਆ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, 5 ਬਾਣੀਆਂ ਪੜ੍ਹਨੀਆਂ, ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ, ਸਮਾਂ ਹੋਵੇ ਕਥਾ ਕੀਰਤਨ ਸੁਣਨਾ। ਇਸ ਤਰ੍ਹਾਂ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਆਰਤੀ ਕੀਰਤਨ ਸੋਲਾ, ਜਾਂ ਸ਼ਾਮ ਨੂੰ ਇਤਿਹਾਸ ਦੀ ਕਥਾ ਸੁਣਨੀ, ਜਾਂ ਰੋਜ਼ਾਨਾ ਆ ਕੇ ਝਾੜੂ ਫੇਰਨਾ, ਪੋਚਾ ਲਾਉਣਾ, ਗੁਰੂ ਕੇ ਲੰਗਰ ਭਾਂਡੇ ਮੰਜਣੇ, ਜੋੜੇ ਝਾੜਨੇ। ਹੋਰ ਵੀ ਬਹੁਤ ਸਾਰੀ ਸੇਵਾ ਹੈ ਜਿਹੜੀ ਨਿੱਤ ਕੀਤੀ ਜਾਏ, ਉਹਦਾ ਨਾਮ ਕੀ ਹੋਇਆ? ਨਿੱਤ ਕਰਮ। ਨਿੱਤ ਮੈਨੇ ਜਿਹੜਾ ਰੋਜ਼ਾਨਾ, ਕਹਿੰਦੇ ਨਿਤਨੇਮ ਕਰ ਲਿਆ। ਜਿਹੜਾ ਨਿੱਤ ਰੋਜ਼ ਨੇਮ ਕੀਤਾ ਜਾਏ, ਉਹਦਾ ਨਾਂ ਨਿਤਨੇਮ ਹੈ ਨਾ। ਗੁਟਕੇ ਵੀ ਲਿਆ ਨਿਤਨੇਮ ਦਾ ਗੁਟਕਾ, ਇਹ ਗੁਟਕੇ 'ਤੇ ਜਿਹੜਾ ਰੋਜ਼ ਨੇਮ ਨਾ ਬਾਣੀ ਪੜ੍ਹੀ ਜਾਏ, ਉਹਦਾ ਨਾਮ ਹੋ ਗਿਆ ਨਿਤਨੇਮ। ਅਤੇ ਬਹੁਤ ਸਾਰੇ ਤਾਂ ਆਪਣਾ ਕਰਦੇ ਆ, ਕਈਆਂ ਦਾ ਅੱਜ ਕੱਲ੍ਹ ਇਸ ਤਰ੍ਹਾਂ ਹੀ ਹੈ, ਪਰ ਗੁਰਸਿੱਖ ਵਾਸਤੇ ਇਹ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਆਪਣੇ ਨਿਮਿਤ ਕਰਮ ਹੈ। ਜਿਵੇਂ ਆਪਣਾ ਕੋਈ ਪਿਤਾ ਗੁਜ਼ਰ ਗਿਆ, ਸਾਲ ਪਿੱਛੋਂ ਉਹਦੇ ਨਿਮਿਤ ਕੋਈ ਪਾਠ ਪੂਜਾ ਕਰਾਤੀ, ਕੋਈ ਲੰਗਰ ਵਗੈਰਾ ਕਰ ਦਿੱਤਾ, ਬਰਸੀ ਵਰਿਆਣੀ ਹੈ, ਜਾਂ ਕੋਈ ਗੁਰਪੁਰਬ, ਉਹ ਨਿਮਿਤ ਨਾਲ ਮਨਾਇਆ ਜਾਂਦਾ ਵੀ ਮਹਾਰਾਜ ਦਾ ਦਿਨ ਹੈ। ਗੁਰੂਆਂ ਦੇ ਨਿਮਿਤ ਵੀ ਹੈ, ਆਪਣੇ ਬਜ਼ੁਰਗਾਂ ਨਿਮਿਤ ਵੀ ਹੈ। ਇਹ ਨਿਮਿਤ ਹੋਇਆ। ਕੰਮ ਕਰਮ, ਕੰਮ ਜਿਹੜਾ ਪੁੱਤਰ ਵਾਸਤੇ, ਪੁੱਤਰ ਦੀ ਕਾਮਨਾ ਲਈ, ਜਾਂ ਕਈ ਸਵਰਗ ਵਾਸਤੇ ਕਰਦੇ, ਸਵਰਗ ਵਾਸਤੇ ਅੱਗੇ ਕਰਦੇ, ਮੈਂ ਸਵਰਗ ਜਾਵਾਂ ਜੀ, ਭੇਸਤ ਜਾਵਾਂ ਜੀ। ਇਹ ਹਿੰਦੂਆਂ 'ਚ ਸਵਰਗ ਦਾ, ਜਾਂ ਮੁਸਲਮਾਨ ਬੇਹਿਸ਼ਤ ਜਾਂ ਭੇਸਤ ਕਹਿ ਦਿੰਦੇ। ਸਵਰਗ ਕਾਮੋ ਜਜੇਤ ਕਰਮ ਕੁਰਿਆਤ, ਜਿਹੜੀ ਈਸ਼ਾਵਾਸ ਉਪਨਿਸ਼ਦ ਹੈ, ਉਹਦੇ ਵਿੱਚ ਇਹ ਲਿਖਿਆ ਹੋਇਆ ਮੰਤਰ ਜਿਹੜਾ ਸਵਰਗ ਕਾਮੋ ਜਜੇਤ ਕਰਮ ਕੁਰਿਆਤ। ਸਵਰਗ ਜਾਣਾ ਅਤੇ ਤੈਨੂੰ ਸਵਰਗ ਦਾ ਕਰੀਰੀ ਜਾਗ ਵਗੈਰਾ ਜਿਹੜੇ ਕਰਮ ਆ ਉਹ ਕਰਨੇ ਪੈਣਗੇ। ਇਸ ਤਰ੍ਹਾਂ ਦਾ ਉੱਥੇ ਲੇਖ ਵਗੈਰਾ ਹੈ। ਇਸ ਤਰ੍ਹਾਂ ਫਿਰ ਦੁਸ਼ਕਰਮ ਹੈ, ਜਿਹੜੇ ਭੈੜੇ ਪਾਪ ਕਰਮ ਹੈ, ਚੋਰੀ ਜਾਰੀ, ਠੱਗੀ ਠੋਰੀ, ਬਦਮਾਸ਼ੀ, ਬਹੁਤ ਤਰ੍ਹਾਂ ਦੇ ਕੁਕਰਮ। ਫਿਰ ਕਾਮਨਾ ਨਾ ਕੀਤੇ ਹੋਏ ਕਰਮ ਹੈ ਸਕਾਮ। ਮੈਂ ਗੁਰਦੁਆਰਾ ਹਰ ਮਾਲਾ ਚੜ੍ਹਾਵਾਂ, ਪਾਠ ਕਰਾਵਾਂ, ਦੇ ਕਰਾਵਾਂ, ਮੇਰਾ ਆਹ ਕੰਮ ਹੋ ਜਾਏ। ਕਾਮਨਾ ਨਾਲ ਜਿਹੜੇ ਕੀਤੇ ਜਾਂਦੇ, ਇੰਨੇ ਦਿਨ ਝਾੜੂ ਫੇਰਾਂ, ਇੰਨੇ ਦਿਨ ਜੋੜੇ ਝਾੜਾਂ, ਇਹ ਸਕਾਮ ਹੈ।
इस तरह फिर निष्काम है। सेवा सिमरन पुण्यदान करना कोई कामना नहीं, सिर्फ मुक्ति की इच्छा, मोक्ष कल्याण वास्ते। मंगे ही कोई नहीं, सिੱਖੀ मंगनी, नाम आवागण मिट जाए, जमना मरना कटिया जाए। दुनियावी जां ब्रह्मलोक जां स्वर्गवाद किसी चीज़ का कामना करनी ही नहीं, बिल्कुल निष्काम हो जाना। जिमें महाराज ने दाने नूं कहा, दानिया मंग ला। दान सिंह कहते महाराज सिੱਖੀ बराड़ ते फिर तनख्वाह मंगण लग पिया ना, साड़ियाँ तलवां दिओ। महाराज घोड़े की लगाम फड़ ली। वो महाराज कहते हुण तुहानूं पता ही है कि आनंदपुरा किन्ना माछीवाड़ा की कुछ होया, वेट करो, अड़ी करो। नहीं जी हुण तां गा। फिर महाराज ने 4 तीर चलाए, 4 खच्चरां धंदियां आईयां, फिर ढाला ना वंडिया। फिर लालच, असीं महाराज घर नौकर छड्ड के आए सी, उन्होंने भी देना। महाराज कहते लो भी ला लो। माया दे भुखे रहे। ते दान सिंह इन्हां दा मुखी सीगा। पहलां ये तंबाकू पी लैंदा है। महाराज कहते छड्ड दे, क्योंकि गंदा धूम बंस ते त्यागो। इनू गंदा धूम लिखिया 100 साखी च। ये अपनी बंस विचों त्याग दो। बंस विचों आ रहा ना प्रधानमंत्री अटल बिहार वाजपेयी भूतपूर्व, ये कहता साढ़े घर दे तंबाकू पींदे ही सारे टीवी ना मर गए, एक मैं नहीं सी पींदा, मैं बचिया। ये ऐसा भैड़ा तनक तंबाकू सेविया दे पितर छड़ जाए, पानी ताके हाथ का मदरा सम हो जाए। उमरिए उमर पानी बिपर को दह है दान जय कोय, दाता नरक है बासल है बिपर सूकर पुरुष होए। ऐसा लिखा। इस वास्ते महाराज कहते अमृत छक, कहते जी फारा पै जाता ना पीवां, तो महाराज कहते साडा अमृत तेरा फारा ना हटाऊगा। गज के बोलो। फिर महाराज ने खंडे अमृत छकाया, दाने तो दान सिंह बनाया। फिर तो सेवा च डट गया ना। फिर महाराज कहने लगे तू भी मंग ला बी, भाईचारे का दाना सिर दुख दे भी खाना, रल जा नाल। कहते नहीं महाराज कोई कामना नहीं, सिੱਖੀ। महाराज कहते दानिया तै मालवे दी रख ले। तो जिले मुक्तसर मुक्त्यान महांसे नूं गया मंग ला, कहते बदावे का कागज पाड़ दिओ। ਸਿੱਖੀ कहते तै माझे दी रख ले। ਸਿੱਖੀ नूं निष्काम होगा। सेवा कर तुहे निष्कामी, तिसको होत प्राप्त स्वामी। कर्म करत होवे निष्कर्म, तिस बैसनों का निर्मलता। ये बाणी कह रही ना पातशाह। एक कर्म हो रहा, उदा नाम है प्रायश्चित कर्म। कोई पाप कर्म हो गया ना, उदी मुआफ़ी वास्ते जिहड़ा कर्म किया जाए, उदा नाम है प्रायश्चित कर्म। तुसीं अखबारां 'च पढ़िया ही है, चैनल चूलों ते भी देखा होना। श्री अकाल तख्त साहिब 10 अक्तूबर नूं धन धन बाबा बीर सिंह नरंगावाद, वो डोगरियां और अंग्रेज़ों की मिली भुगत नाल सिख फौजां नूं बहकावे च लिया के महापुरखों के डेरे ते हमला करा के 13,000 सिंह शहीद किया। 176 साल हो गए सी। ते सिंह साहब ज्ञानी हरप्रीत सिंह जी और सिंह साहब ज्ञानी रघुवीर सिंह जी तख्त केसगढ़ साहब श्री अकाल तख्त पंजां सिंघां साहिबां ने यह आग्या की। श्रोमणी गुरुद्वारा प्रबंधक कमेटी और प्रधान जथेदार लौंगोवाल साहब ते तुहाडे इलाके दे आली साहब सरदार महेंद्र सिंह। सो ये इस चीज़ का प्रायश्चित किया। श्री अकाल तख्त साहब
ਅਖੰਡ ਪਾਠ ਸਾਹਿਬ ਰੱਖ ਕੇ ਕਥਾ ਕੀਰਤਨ ਸਮਾਗਮ ਸਮੁੱਚੀਆਂ ਜਥੇਬੰਦੀਆਂ, ਸਮੁੱਚੇ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਅਰਦਾਸ ਕੀਤੀ ਕਿ ਜਿਹੜਾ ਇਹ ਦੁਸ਼ਕਰਮ ਪਾਪ ਕਰਮ ਹੋਇਆ, ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰੋ, ਕੌਮ ਦਾ ਭਲਾ ਕਰੋ, ਪੰਥ ਵਿੱਚ ਚੜ੍ਹਦੀ ਕਲਾ। ਇਹ ਕਰਮ ਹੈ ਪ੍ਰਾਸ਼ਚਿਤ ਕਰਮ। ਕਿਸੇ ਪਾਪ ਦੀ ਨਿਵਰਤੀ ਵਾਸਤੇ ਜਿਹੜਾ ਕੀਤਾ ਜਾਏ ਉਸ ਦਾ ਨਾਮ ਹੈ ਪ੍ਰਾਸ਼ਚਿਤ ਕਰਮ। ਸੋ ਇਸ ਕਰਕੇ ਵਿਆਖਿਆ ਕੀਤੀ ਹੈ, ਕਿਉਂਕਿ ਅੱਜ ਕਰਮ ਦੇ ਉੱਤੇ ਬਾਣੀ ਸ਼ੁਰੂ ਹੋਈ। ਕੱਤਕ ਕਰਮ ਕਮਾਵਣੇ, ਕੱਤਕ ਦੇ ਮਹੀਨੇ ਦੁਆਰਾ ਦੱਸਦੇ ਆ ਜਿਹੜੇ ਕਰਮ ਕਮਾਏ ਜਾਂਦੇ ਆ, ਮਾੜੇ ਚੰਗੇ ਜਿਹੋ ਜਿਹਾ ਵੀ। ਹਾਂਜੀ, ਦੋਸ ਨ ਕਾਹੂ ਜੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਠੀਕ ਨਹੀਂ। ਉਹ ਹੁਣ ਭੋਗਣੇ ਪੈਣੇ ਆ। ਹੁਣ ਪੰਜਾਬੀ ਦੀ ਕਹਾਵਤ ਨੇ, ਜਿੰਨੀ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਹੁਣ ਕੱਚੀਆਂ ਖਾਏਗਾ ਢਿੱਡ ਤਾਂ ਦੁਖਣਾ ਹੀ ਆ। ਅਤੇ ਇਸ ਵਾਸਤੇ ਹੁਣ ਜਿਹੜੇ ਕਰਮ ਕਰਦਾ ਜਿਹੜੇ ਬੰਦਾ, ਉਦੋਂ ਤਾਂ ਸ਼ੇਰ ਬਣ ਜਾਂਦਾ। ਚੰਗਿਆਈ ਹੱਲ ਕਰੇ ਬਰਿਆਈ ਹੋਏ ਸ਼ੇਰ। ਚੰਗਿਆਈ ਵਾਸਤੇ ਤਾਂ ਦਲਿੱਦਰੀ ਬਣਿਆ ਅਤੇ ਬਰਿਆਈ ਨੂੰ ਦੌੜ ਦੌੜ ਜਾਂਦਾ। ਕਬੀਰ ਬੁਰੇ ਕੰਮ ਕੋ ਊਠ ਖੋਲਿਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਹ ਤਾਂ ਫਿਰ ਜਿਹੜਾ ਕਰਦਾ ਭੋਗਣਾ ਤਾਂ ਪੈਣਾ ਹੀ ਹੈ। ਉਦੋਂ ਨਹੀਂ ਸੋਚਦਾ। ਜੇ ਉਦੋਂ ਸੋਚ ਲੈ ਵੀ ਇਹਦਾ ਫਲ ਭੋਗਣਾ ਪਊ, ਅਤੇ ਜੇ ਹੁਣ ਕਿਕਰਾਂ ਬੀਜੇਗਾ ਕੰਡੇ ਤਾਂ ਆਉਣੇ ਹੀ ਆ ਨਾ, ਕੰਡੇ ਤਾਂ ਆਉਣੇ ਆ ਉਹਨਾਂ ਨਾਲ। ਇਸ ਤਰ੍ਹਾਂ ਕਹਿੰਦੇ ਕੱਤਕ ਕਰਮ ਕਬਾਮਣੇ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ, ਇਹ ਪੁਰਸ਼ਾ ਜਿਹੋ ਜਿਹਾ ਤੂੰ ਕਰਮ ਕਮਾਏਗਾ ਉਹਨਾਂ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ। ਪਰਮੇਸ਼ਰ ਤੇ ਭੁੱਲਿਆ। ਹੁਣ ਸਤਿਯੁਗ 'ਚ ਇੱਕ ਕਰਦਾ ਸੀ ਨਾ, ਸਾਰੇ ਦੇਸ਼ ਨੂੰ ਪੀੜਿਆ ਜਾਂਦਾ ਸੀ। ਤ੍ਰੇਤੇ 'ਚ ਇੱਕ ਕਰਦਾ ਸੀ ਅਤੇ ਉਹ ਬੰਸ। ਦੁਆਪਰ 'ਚ ਉਹ ਪਰਿਵਾਰ ਪੀੜਿਆ ਜਾਂਦਾ ਸੀ। ਹੁਣ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਇਹ ਕਰ ਕਰੇ ਸਵੈ ਕਰ ਪਾਏ, ਕੋਈ ਨਾ ਪਕੜੀਐ ਕਿਸੇ ਕੇ ਥਾਏ। ਜਿਹੜਾ ਕਰੇਗਾ ਉਹ ਭਰੇਗਾ। ਕਲਯੁਗ ਦਾ ਐਸਾ ਹੈ। ਇਸ ਵਾਸਤੇ ਪਰਮੇਸ਼ਰ 'ਤੇ ਭੁੱਲਿਆ। ਜਦੋਂ ਇਨਸਾਨ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਵਿਆਪਨ ਸਭੇ ਰੋਗ, ਫਿਰ ਸਭੇ ਮੈਨੇ ਸਾਰੀ ਤਰ੍ਹਾਂ ਦੇ ਰੋਗ ਵਿਆਪਦੇ ਆ। ਇੱਕ ਤਾਂ ਤਨ ਦੇ ਰੋਗ ਆ, ਇੱਕ ਮਨ ਦੇ ਆ, ਇੱਕ ਰਸਨਾ ਦੇ ਆ। ਮਨ ਬਾਣੀ ਸਰੀਰ, ਇਹਨੂੰ ਅਸੀਂ ਗ੍ਰੰਥਕਾਰ ਅਧਿਆਤਮਕ, ਅਧਿਭੂਤਕ, ਅਧਿਦੈਵਕ ਕਹਿੰਦੇ ਹਾਂ। ਅਤੇ ਸਿੱਧਾ ਆਦਿ ਵਿਆਧੀ ਉਪਾਧੀ ਵੀ ਕਹਿ ਦਈਦਾ। ਜਿਹੜੇ ਮਨ ਦੇ ਰੋਗ, ਉਪਾਧ ਜਿਹੜਾ ਉੱਤੋਂ ਪੈਣਾ, ਉਹ ਸੱਪ ਲੜ ਗਿਆ, ਸ਼ੇਰ ਨੇ ਮਾਰਤਾ, ਜਾਂ ਕੋਈ ਹੋਰ ਇਸ ਤਰ੍ਹਾਂ ਵਿਆਧੀ, ਕੋਈ ਬਿਮਾਰੀ ਬਮੂਰੀ ਆ ਗਈ। ਸਰੀਰਕ ਰੋਗ ਜਿਹੜੇ ਤਿਲ ਮਨ ਦੇ ਰੋਗ, ਅਤੇ ਸੌਖੇ ਸ਼ਬਦਾਂ 'ਚ ਮਨ ਬਾਣੀ ਸਰੀਰ ਦੇ ਰੋਗ। ਅਤੇ ਗ੍ਰੰਥਕਾਰਾਂ ਦਾ ਆਪਣਾ ਸ਼ਬਦ ਹੁੰਦਾ, ਉਹ ਅਧਿਆਤਮਕ, ਅਧਿਭੂਤਕ, ਅਧਿਦੈਵਕ ਇਹਦਾ ਨਾਮ ਰੱਖਦੇ। ਇਸ ਵਾਸਤੇ ਇਹਨਾਂ ਦੇ ਫਿਰ ਹਾਂਜੀ ਅਧਿਆਤਮ, ਅਧਿਭੂਤ, ਅਧਿਦੈਵਕ, ਇਹ 14 ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਮਨ ਬੁੱਧ ਚਿੱਤ ਅਹੰਕਾਰ, ਇਹਨਾਂ ਨੂੰ ਇੰਦਰੀਆਂ 'ਚ ਗਿਣਿਆ 14 ਦੀ 42। ਇਹ 42 ਭਾਵ ਹਰ ਵੇਲੇ ਸੁਫਰਨ ਹੁੰਦੇ ਆ। ਸੋ ਇਸ ਵਾਸਤੇ ਇਹ ਚੀਜ਼ਾਂ ਜ਼ਿਆਦਾ ਫਿਰ ਜਦੋਂ ਵਿਦਿਆਰਥੀ ਪੜ੍ਹਦੇ ਆ ਉਹਨਾਂ ਵਿੱਚ ਇਹ ਵਿਆਖਿਆ ਕਰੀਦੀ ਹੈ। ਅਤੇ ਆਮ ਸੰਗਤ ਜਿਹੜੀ ਇਹਨਾਂ ਨੂੰ ਫਿਰ ਜਿਹੜੀ ਗੱਲ ਸਮਝ ਵਿੱਚ ਆ ਜਾਏ, ਅਤੇ ਜੇ ਜ਼ਿਆਦਾ ਫਿਰ ਗੂੜ ਚੱਲ ਜਾਈਏ ਆਮ ਸਰੋਤਿਆਂ ਨੂੰ ਕਈ ਵਾਰੀ ਫਿਰ ਉਹ ਗੱਲ ਸਮਝ ਵਿੱਚ ਨਹੀਂ ਆਉਂਦੀ। ਸੋ ਇਸ ਵਾਸਤੇ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਇਹ ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਇਹਨੂੰ ਕਈ ਤਰ੍ਹਾਂ ਦੇ ਰੋਗ ਵਿਆਪਦੇ। ਹੁਣ ਉਹ ਹਮਲਾ ਤਾਂ ਕਰਕੇ ਚਲੇਗਾ, ਅਤੇ ਫਿਰ ਫੌਜ ਨੇ ਕਿਹਾ ਵੀ ਇਹਦਾ ਗਲਤ ਕਾਰਾ ਸਾਤੋਂ ਕਰਾਤਾ। ਫਿਰ ਫੌਜ ਸਾਰੀ ਵਿਗੜ ਗਈ। ਫਿਰ ਉਹ ਹੀਰਾ ਸਿੰਘ ਸੀ,
ਲਾਭ ਸਿੰਘ ਸੀ, ਗੁਲਾਬ ਸਿੰਘ ਸੀ, ਅਤੇ ਜਿੰਨੇ ਸੀਗੇ ਇਹਨਾਂ ਦੇ ਫਿਰ ਟੁਕੜੇ ਉਹਨਾਂ ਨੇ ਕੀਤੇ ਹੁਕਮ ਚਾੜਨ ਵਾਲਿਆਂ ਨੂੰ। ਫਿਰ ਫੌਜ ਵਿੱਚ ਉਹਨਾਂ 'ਚ ਹੈਜਾ ਪੈ ਗਿਆ, ਮਰੀ ਪੈ ਗਈ। ਕਿਸ ਤਰ੍ਹਾਂ ਫਿਰ ਮਰੇ ਉਹ, ਜਿਹਨੂੰ ਗੁਰੂ ਦੀਆਂ ਫੌਜਾਂ ਲੋਕ ਗੁਰੂ ਮਾਰੀਆਂ ਫੌਜਾਂ ਕਹਿਣ ਲੱਗ ਪਏ। ਖੂਹਾਂ ਤੋਂ ਡੋਲ ਚੱਕ ਲੈ ਕਿ ਪਾਣੀ ਪੀਣ ਦੇ ਵੀ ਅਧਿਕਾਰੀ ਨਹੀਂ। ਅਤੇ ਮਹਾਂਪੁਰਖ ਸ਼ਰਨਾਰਥੀ ਨਹੀਂ ਦੇਣੇ, ਆਪਣਿਆਂ ਦੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। ਉਹ ਆਪਣਾ ਵਚਨ ਪਗਾ ਗਿਆ ਅਤੇ ਲੰਗਰ ਤਿਆਰ ਕਰੋ ਵੀ। ਉਹ ਮਾਰ ਕੇ ਜਾਣਗੇ, ਖਾਣਗੇ ਕੀ? ਨਾ ਹੁਣ ਖਾਂਦੇ ਨਾ ਰੋਂਦੇ ਪਛਤਾਉਂਦੇ। ਪਰ ਜਦੋਂ ਸਮਾਂ ਲੰਘ ਜਾਏ ਫਿਰ ਗੱਲ ਕਿੱਥੋਂ? ਅਤੇ ਪਾਤਸ਼ਾਹ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਪਾਈਐ। ਸੋ ਸਿੰਘ ਸਾਹਿਬ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਕੇਸਗੜ੍ਹ ਕਿੱਡੀ ਦੀਰਘ ਸੋਚ। ਇਹ ਜਿਹੜਾ ਪੰਥ ਨੂੰ, ਕੌਮ ਨੂੰ ਸਰਾਪ ਪਿਆ, ਜਿਹਦੇ ਕਾਰਨ ਸਾਡੀ ਚੜ੍ਹਦੀ ਕਲਾ 'ਚ ਕੋਈ ਨਾ ਕੋਈ ਰੋਕ ਪੈ ਜਾਂਦੀ ਹੈ। ਮੋਰਚੇ ਲਾਏ ਸਿਰੇ 'ਤੇ ਜਾ ਕੇ ਜਿਵੇਂ ਪਤੰਗ ਦੀ ਡੋਰ ਟੁੱਟ ਜਾ। ਇਹ ਕਾਰਨ ਆ ਕਿ ਜਿਹੜਾ ਪਾਪ ਸਾਨੂੰ ਥੱਲੇ ਸੁੱਟੇ ਜਾ ਰਿਹਾ, ਇਹਦਾ ਪ੍ਰਾਸ਼ਚਿਤ ਨਹੀਂ ਕੀਤਾ ਅਤੇ ਕੌਮੀ ਪੱਧਰ 'ਤੇ ਪ੍ਰਾਸ਼ਚਿਤ ਹੋਇਆ। ਉਹ ਕਰਨ ਨੂੰ ਤਾਂ ਹੁਣ ਜਿੱਥੇ ਮਰਜ਼ੀ ਪਾਠ ਕਰਕੇ ਬੇਨਤੀ ਕਰੋ, ਪਰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਹੁੰਦਾ ਉਹ ਕੌਮੀ ਤੌਰ 'ਤੇ ਹੁੰਦਾ। ਪ੍ਰਧਾਨ ਸਾਹਿਬ ਸਿੰਘ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੀਲ ਕੀਤਾ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੌਮ 'ਚ ਬੜੀ ਫੁੱਟ ਪਈ ਹੈ। ਅਤੇ ਉਦਣ ਮਹਾਰਾਜ ਨੇ ਦੇਖੋ ਐਸੀ ਕਿਰਪਾ ਕੀਤੀ, ਸਾਰੀਆਂ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਈਆਂ ਔਰ ਸਾਰੀ ਸੰਗਤ ਨਾਲ ਰਲ ਕੇ ਇਹ ਅਰਦਾਸ ਕੀਤੀ। ਭਾਵੇਂ ਕਰੋਨੇ ਦੀ ਬਿਮਾਰੀ ਸੀ, ਪਹਿਲਾਂ ਸੀ ਵੀ ਕੈਂਸਲ ਕੀਤਾ ਜਾਏ, ਵੀ ਸ਼ਾਇਦ ਸੰਗਤ ਜੇ ਮਿੱਥ ਕੇ ਕੀਤਾ ਜਾਏ ਅਤੇ ਰੋਕਥਾਮ ਕਈ ਗੱਲਾਂ ਸੋਚਣੀਆਂ ਪੈਣੀਆਂ। ਪਰ ਉਹ ਮਹਾਰਾਜ ਨੇ ਲੀਲਾ ਹੀ ਐਸੀ ਵਰਤਾਈ ਕਿ ਬਹੁਤਾ ਪ੍ਰਚਾਰ ਵੀ ਨਹੀਂ ਕੀਤਾ ਅਤੇ ਸੰਗਤ ਦਾ ਗੜ੍ਹ ਹੀ ਟੁੱਟ ਗਿਆ। ਅਥਾਹ ਸੋ ਇਸ ਵਾਰ ਕਿਹੜਾ ਨਹੀਂ ਚਾਹੁੰਦਾ ਵੀ ਕੌਮ 'ਚ ਏਕਤਾ ਹੋਵੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਇਹ ਚੜ੍ਹਦੀ ਕਲਾ ਵਾਸਤੇ ਇਹ ਪ੍ਰਾਸ਼ਚਿਤ, ਇਹ ਕਰਮ ਹੋਇਆ। ਸੋ ਇਸ ਵਾਸਤੇ ਇਹ ਸਿੰਘਾਂ ਸਾਹਿਬਾਂ ਨੂੰ ਮਹਾਰਾਜ ਨੇ ਸਮੱਤ ਬਖਸ਼ੀ, ਸਾਡੇ ਸਿਆਣੇ ਪੁਰਸ਼ਾਂ ਨੂੰ ਇਹ ਬੇਨਤੀ ਕੀਤੀ। ਸੋ ਇਸ ਵਾਸਤੇ ਕਹਿੰਦੇ ਪਰਮੇਸ਼ਰ 'ਤੇ ਭੁੱਲਿਆ। ਜਦੋਂ ਪਰਮੇਸ਼ਰ 'ਤੇ ਭੁੱਲ ਜਾਂਦਾ ਰਾਜ ਮੱਧ ਇਹੋ ਜਿਹਾ, ਫਿਰ ਗਲਤ ਕੰਮ ਵੀ ਹੋਣ ਲੱਗ ਪੈਂਦੇ ਨੇ। ਜਦੋਂ ਜੇ ਤਾਂ ਪਰਮੇਸ਼ਰ ਚੇਤੇ ਰਹਿ ਫਿਰ ਤਾਂ ਗਲਤ ਹੁੰਦਾ ਨਹੀਂ, ਅਤੇ ਜੇ ਭੁੱਲ ਜਾਓ ਅਤੇ ਉਹ ਹੀ ਹੁਣ ਹਥਿਆਰ ਆਪਣੀ ਰੱਖਿਆ ਵੀ ਕਰਦਾ, ਦੂਏ ਦੀ ਵੀ, ਅਤੇ ਲੁੱਟਣ ਘਸੁੱਟਣ ਲਈ ਵੀ ਵਰਤਦੇ ਹਥਿਆਰ ਤਾਂ ਉਹੀ ਹੈ ਨਾ। ਸ਼ਕਤੀ ਜਿਹੜੀ ਹੈ, ਪਾਣੀ ਉਹੀ ਹੜ੍ਹ ਬਣ ਕੇ ਤਬਾਹੀ ਕਰਦਾ। ਨਹਿਰ ਡੈਮ ਬਣਾਈਏ ਕਿੰਨਾ ਫਾਇਦਾ ਕਰਦਾ। ਸ਼ਕਤੀ ਸੀ, ਪਰ ਉਹ ਸ਼ਕਤੀ ਨੂੰ ਵਰਤਣ ਵਾਲੇ ਦੁਸ਼ਟ ਲੋਕ ਮੋਹਰੇ ਆ ਗਏ। ਉਹਨਾਂ ਨੇ ਗਲਤ ਪਾਸੇ ਵਰਤ ਕੇ ਕੌਮ ਦਾ ਕਿੰਨਾ ਨੁਕਸਾਨ ਕਰਾਇਆ। ਅਤੇ ਐਸਾ ਸੁੰਦਰ ਖਾਲਸੇ ਦਾ ਰਾਜ ਇਹਨਾਂ ਦੀ ਕੁਟਲ ਨੀਤੀ ਨਾਲ ਗੋਰਿਆਂ ਦੀ ਝੋਲੀ 'ਚ ਪੈ ਗਿਆ। ਅਤੇ ਗੋਰੇ ਚਾਹੁੰਦੇ ਸੀ ਕਿ ਸਾਡਾ ਸਾਰੀ ਦੁਨੀਆ 'ਤੇ ਸਿੱਕਾ ਚੱਲਦਾ, ਇੱਕ ਖਾਲਸੇ ਦਾ ਰਾਜ ਬਕਾਇਆ ਰਹਿੰਦਾ। ਅਤੇ ਲਾਹੌਰ 'ਤੇ ਉਹਨਾਂ ਨੂੰ ਕੇਸਰੀ ਨਿਸ਼ਾਨ ਜਿਹੜਾ ਨਾ ਇਹ ਰੜਕਦਾ ਸੀ ਵੀ ਇੱਥੇ ਯੂਨੀਅਨ ਜੈਕ ਝੁੱਲਣਾ ਚਾਹੀਦਾ। ਇਹਨਾਂ ਡੋਗਰਿਆਂ ਔਰ ਬੁਰਸ਼ਾਗਰਦੀ ਕਰਕੇ ਇਹ ਖਾਲਸੇ ਦੇ ਰਾਜ ਨੂੰ, ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਕਿਵੇਂ ਤਬਾਹ ਕੀਤਾ ਇਹਨਾਂ ਨੇ। ਅਤੇ ਮਹਾਂਪੁਰਖ ਜਿਹੜੇ ਕੜੀ ਸੀ ਵੀ ਜਿੰਨਾ ਚਿਰ ਇਹ ਵਿੱਚ ਰਹਿਣਗੇ ਆਪਣੀ ਦਾਲ ਗਲਣੀ ਨਹੀਂ। ਉਹ ਚਿੱਠੀਆਂ ਅੰਗਰੇਜ਼ਾਂ ਦੀਆਂ ਵੀ ਹੈ ਕਿ ਅੱਜ ਬਾਬਾ ਵੀਰ ਸਿੰਘ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਕੇ ਹੀਰਾ ਸੰਧਾ ਰਾਹ ਪੱਧਰਾ ਹੋ ਗਿਆ। ਗੋਰੇ ਨੇ ਚਿੱਠੀਆਂ ਜਿਹੜੀਆਂ ਲਿਖੀਆਂ, ਪਰ ਜੋ ਮਹਾਰਾਜ ਨੂੰ ਮਨਜ਼ੂਰ ਹੁੰਦਾ ਉਹੀ। ਸੋ ਇਸ ਵਾਸਤੇ ਇਹ ਹੈ ਬੜੀ ਦਾਸਤਾਨ ਲੰਬੀ ਹੈ, ਕਿਸ ਤਰ੍ਹਾਂ ਇਹ ਤਬਾਹੀ ਹੋਈ ਬੁਰਸ਼ਾਗਰਦੀ ਦੇ ਅੰਦਰ। ਸੋ ਅੱਜ ਵੀ ਇਹ ਬੜਾ ਫੁੱਟ ਵਾਲਾ ਵਾਤਾਵਰਨ, ਰੋਜ਼ ਨਵੀਆਂ ਜਥੇਬੰਦੀਆਂ ਖੜੀਆਂ ਹੋ ਰਹੀਆਂ। ਸੋ ਇਸ ਵਾਸਤੇ ਪੰਥ ਵਿੱਚ ਏਕਤਾ ਦਾ ਹੋਣਾ ਬੜਾ ਜ਼ਰੂਰੀ ਹੈ, ਕਿਉਂ ਚਾਰ ਫੇਰਿਓਂ ਢਾਹ ਲੱਗੀ ਹੈ। ਇਹ ਬਚ ਤਾਂ ਹੀ ਸਕਦੇ ਹਾਂ ਜੇ ਆਪਾਂ ਇੱਕ ਮੁੱਠ ਹੋਵਾਂ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਕਾਰਨ ਕਿਉਂ ਬਣਦੇ ਆ ਖਾਨਾ ਜੰਗੀ,
ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੇ ਮਹਾਰਾਜ ਨੇ ਕਿਹਾ ਸੀ ਨਾ, ਉਹ ਦੇਗਾਂ ਬਣਾਈਆਂ ਚੌਲਾਂ ਦੀਆਂ, ਇੱਕ ਦਿਨ ਦਾ ਹਰਨ ਛੱਡਤੇ, ਉਹਦਾ ਢਿੱਡ ਭਰ ਕੇ ਚਲੇ ਗਿਆ, ਪੂਛਾਂ ਲਾਉਂਦੇ। ਦੂਏ ਦਿਨ ਕੁੱਤੇ ਛੱਡਦੇ, ਕੁੱਤੇ ਦਾ ਕੁੱਤਾ ਬੈਰੀ, ਉਹ ਵੱਡ ਲਹੂ ਲੁਹਾਨ ਹੋ ਗਿਆ, ਖਾਧਾ ਨਾ। ਕਹਿੰਦੇ ਮਹਾਰਾਜ ਕੌਤ, ਕਹਿੰਦੇ ਜੇ ਤਾਂ ਹਰਨਾਂ ਵਾਂਗ ਰਲ ਕੇ ਚੱਲੋਗੇ ਨਾ, ਫਿਰ ਤਾਂ ਸਾਰੀ ਤਨ ਆਨੰਦ ਸੁੱਖ ਭੋਗੋਗੇ। ਜੇ ਕੁੱਤੇ ਬਿਰਤੀ ਕਰੋਗੇ ਤਾਂ ਆਹ ਕੁਛ ਹੋਣਾ। ਕਹਿੰਦੇ ਸਿੱਖ ਨੂੰ ਦੂਆ ਨਹੀਂ ਮਾਰ ਸਕਦਾ, ਜਿਵੇਂ ਲੋਹੇ ਨੂੰ ਲੋਹਾ ਵੱਢਦਾ ਨਾ, ਇਉਂ ਸਿੱਖ ਦਾ ਬੈਰੀ ਬਣ ਗਿਆ ਤੇ ਇਹਨਾਂ ਦਾ ਨੁਕਸਾਨ ਹੋਊਗਾ। ਅੱਜ ਸਾਡੇ 'ਚ ਉਹ ਚੀਜ਼, ਉਹ ਡੋਗਰੇ ਇਹੋ ਜਿਹਾ ਬੀਜ ਗਿਆ, ਹਾਲੇ ਤਾਂ ਚੱਲੀ ਜਾ ਰਿਹਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਇਹੋ ਜਿਹਾ ਹੋ ਰਿਹਾ, ਕਿਉਂ ਅਸੀਂ ਸੇਵਾ ਤੋਂ ਟੁੱਟ ਗਏ, ਸਿਮਰਨ ਤੋਂ ਟੁੱਟ ਗਏ, ਸਤਸੰਗ ਤੋਂ ਟੁੱਟ ਗਏ, ਬਾਣਾ ਛੱਡਤਾ, ਬਾਣੀ ਛੱਡਤੀ, ਅੰਮ੍ਰਿਤ ਛਕਣਾ ਛੱਡਤਾ, ਬਸ ਰੋਮਾਂ ਦੀ ਬੇਅਦਬੀ, ਧੜਾ ਧੜ, ਪਤਤ ਪੁਣਾ, ਨਸ਼ੇ ਪੁਣਾ, ਫੈਸ਼ਨ ਪ੍ਰਸਤੀ ਅਧੀਨ ਹੋ ਕੇ ਗੁਰੂ ਤੋਂ ਬੇਮੁਖ ਹੋਏ ਹਾਂ। ਇਹ ਸਾਡੀ ਦਸ਼ਾ ਬਣਦੀ ਜਾ ਰਹੀ ਹੈ। ਕਿੰਨਾ ਨੁਕਸਾਨ ਹੋਇਆ ਹਾਲੇ ਅਸੀਂ ਸਮਝ ਨਹੀਂ ਰਹੇ। ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲ ਜਾਣ ਨਾਲ ਸਾਰੀ ਤਰ੍ਹਾਂ ਦੇ ਰੋਗ ਵਿਆਪਦੇ ਹਨ। ਜਿਹੜੇ ਰਮੇ ਹੋਏ ਰਾਮ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਹਨ, ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਵਿਛੋੜੇ ਦੇ ਦੁੱਖ ਲੱਗ ਜਾਂਦੇ ਆ। ਕਿਉਂਕਿ ਵਿਛੋੜੇ ਵਿੱਚ ਸੁੱਖ ਤਾਂ ਹੁੰਦਾ ਹੀ ਨਹੀਂ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਉੱਠਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲੋਏ। ਵਿਛੋੜੇ ਦਾ ਦੁੱਖ ਸਭ ਨੂੰ ਵੱਡਾ ਹੈ। ਭੁੱਖ ਦਾ ਵੀ ਹੈ, ਗਰੀਬੀ ਦਾ ਵੀ ਦੁੱਖ ਹੈ, ਸਰੀਰ ਨੂੰ ਕਈ ਦੁੱਖ ਲੱਗ ਜਾਂਦੇ। ਪਹਿਲਾ ਵਿਛੋੜੇ ਦਾ ਮਨ ਹੈ। ਕਹਿੰਦੇ ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਪਰਮੇਸ਼ਰ ਤੋਂ ਵਿਛੜਨ ਕਰਕੇ ਕਈ ਤਰ੍ਹਾਂ ਦੇ ਦੁੱਖ ਜਿਹੜੇ ਲੱਗ ਜਾਂਦੇ ਆ। ਹੁਣ ਬੱਚਾ ਮੇਲੇ 'ਚ ਵਿਛੜ ਜਾ ਨਾ, ਕਿੰਨੇ ਭੂਪੜੇ ਦੇ ਦਿਓ, ਲਗੋਜੀਆ ਦੇ ਦਿਓ, ਬਾਂਸਰੀਆਂ ਦੇ ਦਿਓ, ਖਾਣ ਨੂੰ ਪਦਾਰਥ ਦੇ ਦਿਓ, ਅਤੇ ਕੁਛੜ ਵੀ ਚੱਕ ਲਓ, ਸੰਤੋਸ਼ ਨਹੀਂ। ਜਦੋਂ ਮਾਂ ਪਿਓ ਮਿਲ ਗਿਆ ਸਭ ਚੀਜ਼ਾਂ ਸੁੱਟ ਕੇ ਦੌੜ ਜਾਊਗਾ ਮਲਾਪ ਦਾ, ਅਤੇ ਵਿਛੋੜੇ 'ਚ ਰੋਂਦਾ ਚੀਕਦਾ ਫਿਰਦਾ। ਇਸ ਵਾਸਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲਗਨ ਜਨਮਾਂ ਜਨਮਾਂਤਰਾਂ ਦੇ ਵਿਜੋਗ, ਦੁੱਖ ਲੱਗ ਜਾਂਦੇ ਹਨ। ਹੁਣ ਆ ਕਈ ਬੱਚੇ ਆਉਂਦੇ ਆ, ਮੇਰਾ ਖਿਆਲ 1.5-2 ਸਾਲ ਦੇ, ਉਹਨਾਂ ਨੂੰ ਗੁਰਦਿਆਂ ਦੀ ਬਿਮਾਰੀ ਆ। ਹੁਣ ਨਹੀਂ ਤਾਂ ਕੋਈ ਗਲਤ ਚੀਜ਼ ਖਾਧੀ ਨਹੀਂ ਹੋਣੀ। 2 ਸਾਲ ਦੇ ਨਿਆਣੇ ਨੇ ਕੀ ਖਾਧਾ ਹੋਊ? ਉਹ ਪਿਛਲੇ ਜਿਹੜੇ ਕਰਮ ਨਾਲ ਆਏ ਆ। ਕਈਆਂ ਦੇ ਜੰਮਦਿਆਂ ਦੇ ਸਰੀਰ, ਚਮੜੀ ਸਾਰੀ ਖਰਾਬ ਹੋਈ ਪਿਛਲੇ ਕਰਮ ਨਾਲ ਆਉਂਦੇ ਆ। ਜਿਹੜੇ ਹੁਣ ਕਰਦਾ ਉਹ ਵੀ ਫਲ ਦਿੰਦੇ ਆ। ਇਸ ਵਾਸਤੇ ਕਈ ਜੰਮਦੇ ਛੋਟੀ ਉਮਰ ਚੋਰੀਆਂ ਕਰੀ ਜਾਂਦੇ, ਕਈ ਜੰਮਦੇ ਸਮਾਧੀਆਂ ਲਾਉਂਦੇ, ਭਜਨ ਕਰਦੇ। ਸੰਸਕਾਰ ਨਾਲ ਲੈ ਕੇ ਆਉਂਦਾ ਹੈ, ਆਪਣੇ ਕਰਮੀ ਦੇ ਨਾਲ ਜਾਂਦੇ। ਹਜ਼ਾਰਾਂ ਗਊਆਂ, ਜਿਵੇਂ ਬੱਚਾ ਆਪਣੀ ਮਾਂ ਨੂੰ ਸਿਆਣ ਲੈਂਦਾ ਨਾ, ਉਹਦੇ ਲਿਬਾਸ ਨੂੰ ਜਾਓ, ਦੂਈ ਨੂੰ ਜਾਓ ਤਾਂ ਲੱਤ ਮਾਰੂ ਟਿਕਾ ਕੇ, ਆਉਂਦੇ ਨਹੀਂ ਨੇੜੇ। ਇਸ ਤਰ੍ਹਾਂ ਜਿਹੜੇ ਕਰਮ ਆ, ਜੀਵ ਆਤਮਾ ਰੂਪੀ ਗਊ ਦਾ ਪਿੱਛਾ ਨਹੀਂ ਛੱਡਦੇ, ਜਿੱਥੇ ਮਰਜੀ ਦੌੜ ਲੈ। ਦੇਸ਼ ਛੋੜ ਪਰਦੇਸਾ ਧਾਇਆ ਪੰਜ ਚੰਡਾਲ ਨਾਲੇ ਲੈ, ਜਿੱਥੇ ਮਰਜੀ ਚੱਲ ਜਾਓ, ਕਰਮ ਨਾਲ ਹੀ ਜਾਂਦਾ। ਅਤੇ ਜੇ ਕਿ ਜਦੋਂ ਭੱਜ ਨੱਠ ਕੇ ਵੱਜ ਜਾਵਾਂਗੇ ਨਾ, ਨਹੀਂ ਬਚਿਆ ਜਾਂਦਾ, ਫਲ ਭੋਗਣਾ ਪੈਂਦਾ। ਉਦੋਂ ਬਚਣ ਦਾ ਢੰਗ ਸੇਵਾ ਸਿਮਰਨ ਸਤਸੰਗ ਆ। ਜੇ ਇਸ ਪਾਸੇ ਨਹੀਂ ਆਉਂਦਾ ਫਿਰ ਤਾਂ ਫਲ ਭੋਗਣਾ ਹੀ ਆ। ਜੇ ਮਹਾਰਾਜ ਲੜ ਫੜੇਗਾ ਫਿਰ ਕਈ ਵਾਰੀ ਸੂਈ ਦੀ ਸੂਲ ਬਣਾ ਦਿੰਦੇ ਆ ਪਾਤਸ਼ਾਹ। ਸੋ ਇਸ ਵਾਸਤੇ ਹਾਂਜੀ ਉਹ ਹਾਂਜੀ ਖਿੰਨ ਮੈਂ ਕੌੜੇ ਹੋਏ। ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਹਨ, ਸ਼ਾਹਜਹਾਨ ਉੱਧਰ ਤਾਂ ਦੇਖੋ ਬੀਬੀ ਬੀਰੋ ਦੀ ਸ਼ਾਦੀ ਸੀ, ਇਹ ਨਹੀਂ ਦੇਖਿਆ ਵੀ ਉਹ ਤਾਂ ਹੁਣ ਵਿਆਹ 'ਚ ਰੁੱਝੇ ਆ ਵੀ ਹੁਣ ਹਮਲਾ ਕਰੀਏ। ਅੰਮ੍ਰਿਤਸਰ ਸਾਹਿਬ ਪਹਿਲਾ ਹਮਲਾ ਅੰਮ੍ਰਿਤਸਰ ਸਾਹਿਬ ਹੋਇਆ ਨਾ। ਮਹਾਰਾਜ ਕਹਿੰਦੇ ਹੁਣ ਕਿਵੇਂ? ਕਹਿੰਦੇ ਵਿਆਹ ਵੀ ਹੋਊਗਾ, ਜੰਗ ਵੀ ਹੋ। ਭਾਈ ਲੰਗਾ ਦੀ ਸੇਵਾ ਲਈ ਜਾ ਕੇ ਝਬਾਲ ਬੀਬੀ ਬੀਰੋ ਦਾ ਵਿਆਹ ਕਰੋ।
उधर तुसीं शक्कर बारे जलेबियाँ, इधर हुण तीरां बरछियाँ रूपी शक्कर पारे इन्हां नूं देआंगे। गोलियां तोपां दे गोले मूँह भन्निया, 3 जंग पे 4 होए चौहां च। फिर वही शाहजहां दे हलो, हाँ जी, कि कहंदे शाहजहां नूं कैद कर दारा मरवाया। कहंदा मैनू टाइम नहीं पास हुंदा, बच्चे पढ़ा दिया करूँगा। कहंदे हाले भी कुर्सी भालदा। कहंदे हिंदू तां मरियां दे आ पिंड भराउंदे, तूं जींदे नूं पानी नहीं दिंदा। प्यास कहंदे जिहड़ी शाही ने चिट्ठी लिखी ना, उहदा जूफा चूस लिया कर। अगे दवात विच लीर हुंदी सी ना भे के रखी हुई, हुण तां टूप चल पई, कई तरह का चल पिया। वो फिर गिला रखदी सी शाही नूं, वो भिजी हुंदी, कहंदे इहनूं चूस लिया कर। दैनिया दे लो किथे दिल्ली दे तख्त ते बहिंदा सी, ते किथे समा आ गया खिनमा कौड़े होए गए जितड़े माया भोग। क्योंकि खिनमै राव रंग को करे, राव रंग कर डारै, रीते परे परे सखनावै, जे तां को व्यवहार है। उसकी लीला ही वखरी है। कई बार भुल जाता बंदा, पर वो जिले खेल खेलता पता नहीं लगता किहड़े वेले किहड़ा कौतक करके दिखा दिंदा है। जिन्हों कहने माड़ा उन्होंने तगड़ा बनाता, जिन्हों तगड़ा उन्होंने मिट्टी च रौला दिंदा। निकी कीरी मैं कल रखै, पसम करै लश्कर कोट लख। ऐसा है परमेश्वर, उसकी कला ऐसी है। खिन में कौड़े होए गए, खिन विच वो माया दे भोग पदार्थ सुख आनंद कौड़े हो जाते हैं। फिर जदों ऐसा समझदा बनता तो बिच कोई भी सहायता नहीं। कल वही बंदे सलामा करते सी, अज उन्होंने बंदियां ने कैद सुटिया होया, वो बंदे उन्होंने घूर घूर देखते, अद्धा छोलियां दा आटा ते अद्धा लूण मिला के दिंदे आ। 8 पैरी प्याला पानी का लूण आंदरां नूं चीर पाउंदा, तो हुण सिसकियां लैण तो स्वाद फिर कुछ भी नहीं हुंदा। उस वेले बिच ना कोई कर सके, जदों समा बन जाता ना, फिर बिच कोई भी आके विचोला बन के सहायता नहीं कर सकता है। हुण किहदे को रोज रोवेगा। चंदू ने उदों तत्त पूरी चक्की सी ना, खुर मिट्टी पूरी चक्की हुई सी। 5 तत्तियां तवियां ते बहाल, रेता पा देगां च बहाल, ते फिर दुआ कीता पे तां शहीद करते। भी महाराज ने प्रतिज्ञा की, 6वें ने भी बदला लेना। फिर बहाने ना जहांगीर तेरे दे 60 महाराज नूं कैद कराता ग्वालियर च। कल वो बंदी छोड़ दिन मनाया ना, सिंह साहब उत्थों आए मना के। सो इस वास्ते साध संगत जी वो कहंदे फिर चंदू महाराज कहंदे हुण 60 दी आई होया, तेरे ते नहीं जहांगीरी ते आई है। फिर फड़िया नक च नकेल पाई, तो देख लो फिर दुर्दशा किवें हुई। भोगना पैंदा ना, इस करके कहते फिर बिच कोई भी सहायक बन के सहायता नहीं करता है। हुण कीड़े जगह जाके रोबे। अगे तो दबान पुणे का हंकार सी है पे जहांगीर आसरा। हुण जहांगीर भी वो तो हाथ जोड़ माफ़ी मंगदा, मैं तो इन्हें कराया। किस तरह रोवे रो, किहड़ी जगह जाके अपना रोना रोवे। कौन बचावे। जदों पाप करदा उदों चेते नहीं करता, जिदे भोगना फिर वो रोंदा चीख चिहाड़ा पाउंदा है। हुण कीता कुछ नहीं हुंदा है, क्योंकि लिखे मत्थे तो इहो जिहा कर्म लिखिया। लिखाया तो नहीं है ना, जिहो जिहा कर्म करदा। महाराज दवैस थोड़ी करदे कहना भी किहदा चंगा लिखता किहदा माड़ा लिखता। जिहो जिहा कोई कर्म करदा उहो जिहा लिखिया जांदा, उहो जिहा फल भोगना पैंदा। महाराज तो समदर्शी है, किसी का बुरा नहीं करते। कई कहते रब ने रब दे असीं की मां मारे है, रब ने साडा इउं करता। रब ने नहीं किया, तुहाडा अपना ही कर्म है। ददा दोष ना देओ किसै, दोष कर्मा अपने। जो मैं किया सो मैं पाया, दोष ना दीजै अवर जना। हाँ जी, बड़िया भागा ना मेरा सतगुरु परमेश्वर अकाल पुरख मिलता है। वो कृपा कर दे जिन्हें जन्म जन्मांतर ने विजोग विछोड़े दे दुख
ਉਹ ਸਾਰੇ ਸੰਤਾਪ ਉਤਰ ਜਾਂਦੇ, ਦੂਰ ਹੋ ਜਾਂਦੇ ਹਨ। ਨਾਨਕ ਕੋ ਪ੍ਰਭ ਰਾਖ ਲੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀਓ, ਆਪ ਜੀ ਦੇ ਚਰਨਾਂ 'ਚ ਅਰਦਾਸ ਹੈ, ਤੁਹਾਡੇ ਨਿਮਾਣੇ ਨਤਾਣੇ ਸਿੱਖਿਆ ਤੁਹਾਡੇ ਚਰਨਾਂ ਜੋਦੜੀ ਅਰਦਾਸ ਕਰਦੇ ਹਾਂ, ਸਾਡੇ ਭੁੱਲਾਂ ਚੁੱਕਾਂ ਮਾਫ ਕਰੋ, ਜਿਵੇਂ ਕਿਵੇਂ ਵੀ ਸਾਡੀ ਲਾਜ ਰੱਖ ਲੈਣਾ ਕਰੋ। ਮੇਰੇ ਸਾਹਿਬ ਬੰਦੀ ਮੋਚ। ਹੇ ਮੇਰੇ ਸਾਹਿਬ, ਤੁਸੀਂ ਬੰਦੀ ਮੋਚ, ਜਿਵੇਂ ਛੇਵੇਂ ਪਾਤਸ਼ਾਹ ਨੇ ਉਹ 52 ਰਾਜਿਆਂ ਦੀ ਬੰਦ ਖਲਾਸੀ ਭਾਣੇ ਹੋਏ, ਅਤੇ ਜਿਹੜੇ ਜੇਠੇ ਪ੍ਰਾਣ ਦਿਖਾ ਲਿਆ, ਫਿਰ ਮਾਫੀ ਮੰਗੀ, ਛੁੱਟੀ, ਕਹਿੰਦੇ ਤੁਸੀਂ ਜਾਓ, ਕਹਿੰਦੇ ਸਾਡਾ ਤਾਂ ਹੁਣ ਪਿਆਰ ਪੈ ਗਿਆ, 52 ਨੂੰ ਨਾਲ ਹੀ ਲੈ ਜਾਵਾਂਗੇ। ਕਹਿੰਦੇ ਤਾਂ ਮਾਰਾ ਅੱਗੇ ਮਸੀਂ ਕਾਬੂ ਆਏ, ਇਹ ਸਾਰੇ ਖੜੱਪੇ ਸੱਪਸ ਗਏ, ਇਹ ਤਾਂ ਫੁੱਟ ਕਰਕੇ ਇਕੱਲੇ ਇਕੱਲੇ ਮੈਂ ਕੀਲ ਲੈ, ਬਾਹਰ ਆ ਗਿਆ ਤੇ ਨਹੀਂ ਫਿਰ ਉਹ ਪੱਧਰ ਕਰਨਾ। ਕਹਿੰਦੇ ਨਹੀਂ ਕਰਨਗੇ, ਬਚਨ ਦਿੰਦੇ। ਕਹਿੰਦੇ ਫਿਰ ਜਿੰਨੇ ਤੁਹਾਡਾ ਆਪਣੇ ਜਾਮਾ ਫੜ ਕੇ ਅਤੇ ਮਹਾਰਾਜ ਨੇ ਫੌਜ ਜਾਮਾ ਹੀ 52 ਕਲੀਆਂ ਵਾਲਾ ਬਣਾ ਲਿਆ ਅਤੇ ਸਾਰਿਆਂ ਨੂੰ ਬਾਹਰ ਲਾਇਆ। ਅਤੇ ਤਾਂ ਕਹਿੰਦੇ ਵੀ ਛੇਵੇਂ ਪਾਤਸ਼ਾਹ ਬੰਦੀ ਛੋੜ, ਉਹ ਬੰਦੀ ਛੋੜ ਦਿਵਸ ਗਵਾਲੀਅਰ ਮਨਾਇਆ। ਸੋ ਹੁਣ ਤਾਂ ਮਹਾਰਾਜ ਗੁਰਦੁਆਰਾ ਸਾਹਿਬ ਬਣੇ, ਨਿਸ਼ਾਨ ਝੁੱਲ ਰਹੇ ਉੱਥੇ। ਸੋ ਇਸ ਵਾਸਤੇ ਸਾਹਿਬ ਬੰਦੀ ਮੋਚ, ਧੰਨ ਗੁਰੂ ਨਾਨਕ ਸਾਹਿਬ ਬੰਦੀ ਮੋਚ, ਬੰਧਨਾਂ ਨੂੰ ਕੱਟਣ ਵਾਲੇ ਹਨ, ਜਨਮ ਜਨਮਾਂਤਰਾਂ ਦੇ ਬੰਧਨ ਵੀ ਕੱਟ ਦਿੰਦੇ ਹਨ। ਕੱਤਕ ਹੋਵੇ ਸਾਧ ਸੰਗ। ਕੱਤਕ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰਦੇ, ਜਿਨ੍ਹਾਂ ਨੂੰ ਸਾਧੂ ਜਨਾਂ, ਮਹਾਤਮਾ ਜਨਾਂ ਦੀ, ਗੁਰਮੁਖ ਜਨਾਂ ਦੀ ਸੰਗਤ ਹੋ ਜਾਵੇ, ਬਿਨ ਸਹਿ ਸੰਤੇ ਸੋਚ। ਉਹਨਾਂ ਦੀਆਂ ਜਿੰਨੀਆਂ ਸੋਚਾਂ ਸਾਚਾਂ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ, ਮਨ ਵਿੱਚ ਸ਼ਾਂਤੀ ਆ ਜਾਂਦੀ ਹੈ, ਸਬਰ ਸੰਤੋਖ ਆ ਜਾਂਦਾ ਹੈ। ਇਹ ਕੱਤਕ ਦੇ ਮਹੀਨੇ ਦੀ ਵਿਚਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸ਼ਬਦ ਦੀ ਵਿਚਾਰ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ